ਕਿਤੇ ਨਾ ਕਿਤੇ ਇਹ ਔਖਾ ਹੈ ਜਦੋਂ ਤੁਸੀਂ ਭੁੱਖ ਹੜਤਾਲ ਤੇ ਹੋ, ਤੁਹਾਡੇ ਨਾਲ ਬਾਰ-ਬਾਰ ਮੀਡੀਆ ਗੱਲਾਂ ਕਰ ਰਿਹਾ, ਪਰ ਫਿਰ ਵੀ ਆਵਾਜ਼ ਜਿਹੜੀ ਪਹੁੰਚਾਉਣੀ ਹੈ ਉਹ ਸਾਡਾ ਫਰਜ਼ ਹੈ, ਤੇ ਉਹ ਲਗਾਤਾਰ ਅਸੀਂ ਗੱਲ ਵੀ ਕਰ ਰਹੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪੰਜਾਬ ਮੈਲ ਦੇਖ ਰਹੇ ਸਰੋਤਿਆਂ ਨੂੰ ਮੇਰੀ ਤਰਫ ਤੋਂ, ਸਾਡੀ ਸ਼ਹੀਦ ਫੇਰੂਮਾਨ ਸੰਸਥਾ ਦੀ ਤਰਫ ਤੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਮਹੰਤ ਜਸਵੀਰ ਦਾਸ ਜੀ, ਪ੍ਰਧਾਨ ਸ਼ਹੀਦ ਫੇਰੂਮਾਨ ਦਲ ਜੀ, ਤੇ ਜਨਰਲ ਸੈਕਟਰੀ ਭਾਰਤ ਸਾਧੂ ਸਮਾਜ ਜੀ। ਇਹ ਜੋ ਅਸੀਂ ਮਰਨ ਵਰਤ ਤੇ ਬੈਠੇ ਹਾਂ ਜੀ, ਇਹ ਤੁਹਾਨੂੰ ਸਾਨੂੰ ਇਕੱਲਿਆਂ ਨੂੰ ਨਹੀਂ, ਸਾਰੀ ਦੁਨੀਆ ਨੂੰ ਪਤਾ ਜੀ ਵੀ ਜੋ ਕਿਸਾਨਾਂ ਉੱਤੇ ਕਾਲੇ ਕਾਨੂੰਨ ਥੋਪੇ ਗਏ ਆ, ਉਹਨਾਂ ਦੇ ਵਿਰੋਧ 'ਚ ਬੈਠੇ ਹਾਂ ਜੀ ਅਸੀਂ। ਤੇ ਸਾਡਾ ਇਹ 13 ਤਰੀਕ ਤੋਂ ਵਰਤ ਸ਼ੁਰੂ ਹੋ ਗਏ ਸੀ ਜੀ, ਤੇ ਸਾਡਾ ਅੱਜ 9ਵਾਂ ਦਿਨ ਆ। ਠੀਕ 9 ਦਿਨ ਹੋ ਚੱਲਿਆ ਜੀ, ਸਾਨੂੰ 8 ਪੂਰੇ ਹੋ ਗਏ, 9ਵਾਂ ਚੱਲ ਰਿਹਾ ਜੀ। ਤੇ ਅਸੀਂ ਉਦੋਂ ਦਾ ਪਾਣੀ ਤੱਕ ਹੀ ਲੈ ਰਹੇ ਹਾਂ, ਪਾਣੀ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਲਿਆ, ਕੋਈ ਅੰਨ ਦਾ ਅਸੀਂ ਦਾਣਾ ਤੱਕ ਨਹੀਂ ਲਿਆ ਜੀ। ਅਸੀਂ ਪਾਣੀ ਵੀ ਤਿਆਗ ਦਾਂਗੇ ਜੀ, ਅਸੀਂ ਨਿਰਜਲ ਮਰਨ ਵਰਤ ਤੇ ਹੋ ਜਾਾਂਗੇ। ਅਸੀਂ ਓਨੀ ਦੇਰ ਤੱਕ ਮਰਨ ਵਰਤ ਤੇ ਰਵਾਂਗੇ ਜਿੰਨੀ ਦੇਰ ਤੱਕ ਇਹ ਸਰਕਾਰ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੀ। ਜੇ ਸਾਨੂੰ ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪਈਆਂ ਤੇ ਅਸੀਂ ਸ਼ਹੀਦ ਵੀ ਹੋ ਜਾਾਂਗੇ, ਕਿਉਂਕਿ ਸਾਡੇ ਖੂਨ ਦੇ ਵਿੱਚ ਹੀ ਬਲੀਦਾਨ ਦੇਣ ਦਾ ਜਜ਼ਬਾ ਹੈਗਾ ਜੀ। ਕਿਉਂਕਿ ਸਾਡੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਪੰਜਾਬ ਦੇ ਲਈ 74 ਦਿਨ ਦਾ ਮਰਨ ਵਰਤ ਰੱਖਿਆ ਸੀ, ਤੇ ਉਹ 74 ਦਿਨ ਦੇ ਮਰਨ ਵਰਤ ਦੇ ਉੱਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਸੇ ਮਰਨ ਵਰਤ ਨੂੰ ਮੇਰੇ ਫਾਦਰ ਸਾਹਿਬ ਨੇ ਅੱਗੇ ਉਹਨਾਂ ਦੇ ਨਾਂ ਤੇ ਸੰਸਥਾ ਬਣਾ ਕੇ, ਸ਼ਹੀਦ ਫੇਰੂਮਾਨ ਦਲ ਬਣਾ ਕੇ, ਉਹਨਾਂ ਦੇ ਉਸ ਵਰਤ ਨੂੰ ਅੱਗੇ ਵਧਾਇਆ ਜੀ। 44 ਦਿਨ ਦਾ ਮਰਨ ਵਰਤ ਰੱਖਿਆ ਉਹਨਾਂ ਨੇ। 44 ਦਿਨ ਦਾ ਮਰਨ ਵਰਤ ਰੱਖਣ ਤੋਂ ਬਾਅਦ ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਵੀ ਅਸੀਂ ਜੋ ਤੁਹਾਡੀਆਂ ਮੰਗਾਂ ਵੀ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਨੂੰ ਮਿਲੇ, ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲੇ, ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲੇ, ਕਿਸਾਨਾਂ ਦੇ ਜੋ ਕਰਜ਼ੇ ਉਹ ਮਾਫ ਕੀਤੇ ਜਾਣ, ਇਹ ਸਾਰੀਆਂ ਮੰਗਾਂ ਅਸੀਂ ਤੁਹਾਡੀਆਂ ਮੰਨਾਂਗੇ ਜੀ। ਇਸੇ ਮੰਗਾਂ ਦੇ ਉੱਤੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਸ਼ਹੀਦੀ ਹੋਈ ਸੀ ਜੀ। ਇਸੇ ਤੇ ਉਹਨਾਂ ਨੇ ਆਪਦੇ ਮਰਨ ਵਰਤ ਰੱਖਿਆ ਸੀ, ਤੇ ਉਸੇ ਚੀਜ਼ ਦੇ ਉੱਤੇ ਸਾਡੇ ਫਾਦਰ ਸਾਹਿਬ ਨੇ ਰੱਖਿਆ ਸੀ। ਸਰਕਾਰ ਨੇ ਆਸ਼ਵਾਸਨ ਦਵਾਇਆ ਜੀ ਅਸੀਂ ਮੰਨਾਂਗੇ, ਤੁਸੀਂ ਆਪਦਾ ਮਰਨ ਵਰਤ ਤੋੜ ਦਿਓ। ਜਦੋਂ ਉਹ ਮਰਨ ਵਰਤ ਉਹਨਾਂ ਦਾ ਖਲਵਾਤਾ ਜੀ, ਫਿਰ ਆਪ ਸਰਕਾਰ, ਤੁਹਾਨੂੰ ਪਤਾ ਰਾਜਨੀਤਿਕ ਖੇਡਾਂ ਚੱਲਦੀ ਹੁੰਦੀ ਆ, ਆਪਦੇ ਵਾਅਦਿਆਂ ਤੋਂ ਮੁੱਕਰ ਗਈ ਜੀ। ਜਦੋਂ ਮੁੱਕਰ ਗਈ ਫਿਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਆਪਦੀ ਲੜਾਈ ਲੜਦੇ ਰਹੇ ਜੀ, ਕਿਉਂਕਿ ਉਹ ਮਰਨ ਵਰਤ ਤੋਂ ਬਾਅਦ ਉਹਨਾਂ ਨੂੰ ਕਾਫੀ ਬਿਮਾਰੀਆਂ ਲੱਗ ਗਈਆਂ ਜੀ, ਬਹੁਤ ਕੁਝ ਹੋਇਆ। ਪਰ ਉਸ ਤੋਂ ਬਾਅਦ ਅਸੀਂ ਲੜਾਈ ਲੜਦੇ ਉਹ 2002 ਦੇ ਵਿੱਚ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਜੀ। ਮੇਰਾ ਇੱਕ ਸਵਾਲ ਜਿਹੜਾ ਮੈਂ ਇਹਨਾਂ ਨੂੰ ਵੀ ਕਰ ਰਿਹਾ ਸੀਗਾ, ਕੀ ਤੁਹਾਨੂੰ ਲੱਗਦਾ, ਕਿਉਂਕਿ ਅਸੀਂ ਹੱਕ ਸੱਚ ਦੀ ਲੜਾਈ ਲੈਣ ਆਏ ਹਾਂ, ਉਹ ਲੜਾਈ ਪਤਾ ਨਹੀਂ ਕਿੰਨੀ ਲੰਬੀ ਜਾਣੀ ਹੈ, ਪਰ ਤੁਹਾਨੂੰ ਲੱਗਦਾ ਕਿ ਹੱਕ ਜਿਹੜੇ ਨੇ ਇੱਦਾਂ ਮਿਲ ਸਕਦੇ ਨੇ, ਭੁੱਖ ਹੜਤਾਲ ਦੇ ਨਾਲ ਉਹਨਾਂ 'ਤੇ ਪ੍ਰੈਸ਼ਰ ਬਣ ਜਾਏਗਾ? ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਉਸ ਡਟੇ ਰਹਿਣ ਦੇ ਲਈ ਤੁਹਾਨੂੰ ਆਪਣਾ ਧਿਆਨ ਰੱਖਣਾ ਪਹਿਲਾਂ ਬਹੁਤ ਜ਼ਰੂਰੀ ਹੁੰਦਾ। ਤੁਹਾਨੂੰ ਲੱਗਦਾ ਇਹਦੇ ਨਾਲ ਪ੍ਰੈਸ਼ਰ ਬਣੂਗਾ? ਬਿਲਕੁਲ ਜ਼ਰੂਰ ਬਣੇਗਾ ਜੀ, ਕਿਉਂਕਿ ਸਾਡਾ ਜਦੋਂ ਦੇਸ਼ ਗੁਲਾਮ ਸੀ ਜੀ, ਉਸ ਸਮੇਂ ਵੀ ਇਹੋ ਜਿਹਾ ਹੀ ਕਾਨੂੰਨ 1904 ਦੇ ਵਿੱਚ ਆਇਆ ਸੀ ਜੀ। 1904 ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਆਇਆ ਸੀ। ਉਹ ਕਾਨੂੰਨ 'ਚ ਕੀ ਸੀ ਜੀ, ਵੀ ਜੇ ਕੋਈ ਵੀ ਆਪਣਾ ਹਿੰਦੁਸਤਾਨ ਵਾਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ, ਉਹ ਆਪਦੇ ਖੇਤ ਦੇ ਵਿੱਚੋਂ ਜੇ ਕੋਈ ਦਰਖਤ ਕੱਟਦਾ ਸੀ ਜਾਂ ਪੌਦਾ ਕੱਟਦਾ ਸੀ, ਤਾਂ ਉਹਦਾ ਜੋ ਉਸ ਸਮੇਂ ਦੀਆਂ ਅੰਗਰੇਜ਼ਾਂ ਦੀ ਜੋ ਗਵਰਨਮੈਂਟ ਸੀ, ਉਹ ਉਹਦੇ ਤੇ ਜੁਰਮਾਨਾ ਲਾਉਂਦੀ ਸੀ, ਨਾਲ ਉਹਦਾ ਪੱਟਾ ਕੈਂਸਲ ਕਰ ਦਿੰਦੀ ਸੀਗੀ ਜੀ, ਉਹਦੇ ਤੋਂ ਜ਼ਮੀਨ ਖੋਹ ਲੈਂਦੀ ਸੀਗੀ, ਤੇ ਠੀਕ ਨਾਲ ਉਹਨੂੰ ਸਜ਼ਾ ਕੀਤੀ ਜਾਂਦੀ ਸੀਗੀ। ਇਹ ਉਦੋਂ ਕਾਨੂੰਨ ਆਇਆ ਸੀ। ਉਸ ਸਮੇਂ ਗਾਂਧੀ ਜੀ ਨੇ ਵੀ ਇਹ ਕਾਨੂੰਨ ਦੇ ਪਿੱਛੇ ਵਰਤ ਰੱਖਿਆ ਸੀ, ਅਨਸ਼ਨ ਕੀਤੇ ਸੀ, ਤੇ ਅੰਗਰੇਜ਼ਾਂ ਨੂੰ ਇਹ ਕਾਨੂੰਨ ਵਾਪਸ ਲੈਣਾ ਪਿਆ ਸੀ ਅਨਸ਼ਨਾਂ ਦੇ ਕਾਰਨ, ਵਰਤਾਂ ਦੇ ਕਾਰਨ। ਦਬਾਅ ਪੈਂਦੇ ਆ ਜੀ, ਕੋਈ ਮਰਜ਼ੀ ਕਹੀ ਜਾਵੇ। ਉਦੋਂ ਤਾਂ ਇੰਨਾ ਮੀਡੀਆ ਵੀ ਨਹੀਂ ਸੀ ਤੇ ਇਲੈਕਟ੍ਰੋਨਿਕ ਮੀਡੀਆ ਵੀ ਨਹੀਂ ਸੀ, ਉਦੋਂ ਇੰਨੀ ਆਪਣਾ ਤਰੱਕੀ ਨਹੀਂ ਕੀਤੀ ਸੀ ਦੇਸ਼ ਨੇ ਜਿੰਨੀ ਹੁਣ ਕਰ ਚੁੱਕਿਆ। ਹੁਣ ਤਾਂ ਤੁਹਾਡੇ ਵਰਗੇ ਭਰਾ ਬੈਠੇ ਨੇ ਜੋ ਸੱਚ ਨੂੰ ਸੱਚ ਦਿਖਾਉਂਦੇ ਨੇ, ਗੋਦੀ ਮੀਡੀਆ ਵਰਗੇ ਨਹੀਂਗੇ ਵੀ ਜੋ ਮੋਦੀ ਦੀ ਗੱਲ ਕਰੀ ਜਾਣ। ਉਹੋ ਜਿਹੇ ਤੁਹਾਡੇ ਭਰਾਵਾਂ ਕਰਕੇ ਸਾਨੂੰ ਆਸ ਆ ਵੀ ਇਹ ਸਾਡਾ ਵਰਤ ਜੋ ਮਰਨ ਵਰਤ ਰੱਖਿਆ, ਉਹ ਸਾਡਾ ਇੰਨਾ ਅੱਗੇ ਜਾ ਕੇ ਸਾਨੂੰ ਇਹ ਰੰਗ ਜ਼ਰੂਰ ਲਿਆਏਗਾ ਵੀ ਇੱਕ ਸਰਕਾਰ ਨੂੰ ਮਜਬੂਰ ਕਰ ਦੇਗਾ ਇਹ ਕਾਨੂੰਨ ਵਾਪਸ ਲੈਣ ਨੂੰ। ਕਿਉਂਕਿ ਗਾਂਧੀ ਜੀ ਨੇ ਵੀ ਦੇਸ਼ ਲਈ ਆਪਣੀ ਜਾਨ ਦਿੱਤੀ, ਦਰਸ਼ਨ ਸਿੰਘ ਫੇਰੂਮਾਨ ਜੀ ਨੇ ਦਿੱਤੀ। ਉਹਨਾਂ ਨੇ ਜੇ ਵਰਤ ਰੱਖੇ ਤਾਂ ਉਦੋਂ ਹੋਇਆ, ਤੇ ਹੁਣ ਵੀ ਸਾਨੂੰ ਆਸ ਆਪਣੇ ਤੇ, ਦੇਸ਼ ਵਾਸੀਆਂ ਤੇ, ਹਿੰਦੁਸਤਾਨ ਦੇ ਤੁਹਾਡੇ ਵਰਗੇ ਮੀਡੀਆ ਵਰਗੇ ਭਰਾਵਾਂ ਤੇ, ਵੀ ਸਾਡੇ ਇਹ ਬਲੀਦਾਨ ਜਿਹੜਾ ਅਸੀਂ ਮਰਨ ਵਰਤ ਰੱਖਣ ਜਾ ਰਹੇ ਹਾਂ, ਇਹ ਸਾਡਾ ਬਲੀਦਾਨ ਪੂਰਾ ਕਾਮਯਾਬ ਹੋਊਗਾ। ਜੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਤਾਂ ਉਸ ਤੋਂ ਬਾਅਦ ਵੀ ਸਾਨੂੰ ਆਸ ਆ ਵੀ ਇਹ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਮੋਦੀ ਨੂੰ, ਨਹੀਂ ਤਾਂ ਉਹਦੀ ਆਪਦੇ ਦਿਨ ਪੁੱਠੇ ਸ਼ੁਰੂ ਹੋ ਜਾਣਗੇ। ਉਹ ਤਾਂ ਹੋ ਹੀ ਚੁੱਕੇ ਆ, ਹੁਣ ਹੀ ਹੋ ਚੁੱਕੇ ਆ ਜੀ। ਪਰ ਜਿੰਨੀ ਦੇਰ ਤੱਕ ਉਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ, ਉਨੀ ਦੇਰ ਤੱਕ ਉਹਦੇ ਤੇ ਉਹ ਚੈਨ ਦੀ ਨੀਂਦ ਨਹੀਂ ਸੌਂ ਸਕੂਗਾ। ਉਨੀ ਦੇਰ ਤੱਕ ਸੜਕਾਂ ਤੇ ਜੋ ਕਿਸਾਨ ਆਇਆ, ਉਨੀ ਦੇਰ ਉਹ ਸੜਕਾਂ ਤੇ ਹੀ ਰਹੂਗਾ। ਜਿਹਨੇ ਤੈਨੂੰ ਸੜਕਾਂ ਤੋਂ ਚੱਕ ਕੇ ਮਹਿਲਾਂ 'ਚ ਬਾਤਾ ਵੀ ਇੱਕ ਰਾਜਾ ਬਣਾਤਾ ਹਿੰਦੁਸਤਾਨ ਦਾ, ਅੱਜ ਤੂੰ ਉਸੇ ਕਿਸਾਨ ਨੂੰ ਸੜਕਾਂ ਤੇ ਲਿਆਤਾ।
ਅੱਜ ਉਹੀ ਕਿਸਾਨ ਅੱਜ ਸੜਕਾਂ ਤੇ ਸੌਂ ਰਿਹਾ। ਤੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਹੋ ਜਿਹਾ? ਪਹਿਲਾ ਪ੍ਰਧਾਨ ਮੰਤਰੀ ਆਇਆ ਜਿਹੜਾ ਇੱਕ ਕਹਿੰਦੇ ਹੁੰਦੇ ਆ ਪੰਜਾਬੀ 'ਚ ਵੀ ਕਿੱਲਾ ਅਣਖ ਦੇ ਖਾਤਰ ਅਣਖ ਵੀ ਹਾਂ ਮੇਰੀ ਧੌਣ ਨਾ ਝੁਕ ਜੇ, ਧੌਣ ਦੀ ਖਾਤਰ ਅੜਿਆ ਬੈਠਾ। ਉਹਨੂੰ ਇਹ ਵੀ ਪਤਾ ਵੀ ਇਹ ਗਲਤ ਕਾਨੂੰਨ ਆ ਗਏ ਆ, ਇਹ ਗਲਤ ਹੋ ਰਿਹਾ, ਗਲਤ ਕੀਤਾ ਮੈਂ। ਉਹਨੇ ਸਿਰਫ ਤੇ ਸਿਰਫ ਜਿਹੜੀਆਂ ਇੰਡਸਟਰੀਲਿਸਟ ਘਰਾਣੇ ਆ ਉਹਨਾਂ ਦਾ, ਅਡਾਨੀ ਹੋ ਗਿਆ, ਅਵਾਨੀ ਹੋ ਗਿਆ, ਉਹਨਾਂ ਨੂੰ ਖੁਸ਼ ਕਰਨ ਲਈ ਇਹ ਕਾਨੂੰਨ ਲਿਆਂਦਾ। ਕਿਉਂਕਿ ਉਹਨੇ 2014 ਦੀਆਂ 2019 ਦੀਆਂ ਜੋ ਇਲੈਕਸ਼ਨਾਂ ਹੋਈਆਂ ਸੀ ਉਸ ਸਮੇਂ ਉਹਨੇ ਉਹ ਕਾਰਪੋਰੇਟ ਘਰਾਣਿਆਂ ਤੋਂ ਇੰਨਾ ਆਪਣਾ ਫੰਡ ਲਿਆ ਸੀ ਵੀ ਉਹ ਫੰਡ ਦੇ ਥੱਲੇ ਦਬ ਚੁੱਕਿਆ ਸੀ। ਉਹ ਫੰਡ ਨੂੰ ਉਤਾਰਨ ਦੇ ਲਈ ਉਹਨੇ ਆ ਗੰਦਾ ਕਾਨੂੰਨ ਲਿਆਂਦਾ। ਉਸ ਕਾਨੂੰਨ ਦੇ ਵਿੱਚ ਉਹਨੇ ਇਹ ਤੱਕ ਨਹੀਂ ਸੋਚਿਆ ਵੀ ਹਿੰਦੁਸਤਾਨ ਦੇ ਜੋ ਕਿਸਾਨ ਆ ਉਹੋ ਹੀ ਮਰ ਜਾਏਗਾ। ਜੇ ਹਿੰਦੁਸਤਾਨ ਦਾ ਕਿਸਾਨ ਮਰ ਗਿਆ ਤੇ ਕਿਸਾਨੀ ਕਿੱਥੋਂ ਹੋਊਗੀ? ਜੇ ਕਿਸਾਨੀ ਨਹੀਂ ਹੋਈ ਤਾਂ ਪੈਦਾਵਾਰ ਕਿੱਥੋਂ ਹੋਏਗੀ? ਜੇ ਪੈਦਾਵਾਰ ਹੀ ਨਹੀਂ ਹੋਈ ਤੇ ਖਾਵਾਂਗੇ ਕਿੱਥੋਂ ਵੀਰੋ? ਉਸੇ ਲਈ ਅਸੀਂ ਤਾਂ ਅੱਜ ਤੋਂ ਸ਼ੁਰੂ ਕਰ ਦਿਖਾਤਾਗਾ। 9 ਦਿਨ ਹੋ ਗਏ ਮਗਰਲੇ ਸਾਨੂੰ ਬੈਠਿਆਂ ਨੂੰ, ਇੱਕ ਦਾਣਾ ਵੀ ਨਹੀਂ ਲਿਆ ਸੀ ਉਦੋਂ ਦੇ ਬੈਠੇ ਆ। ਤੇ ਅਸੀਂ ਉਨੇ ਦਿਨ ਤੱਕ ਬੈਠੇ ਰਵਾਂਗੇ ਜਿੰਨੇ ਦਿਨ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਪਾਣੀ ਲੈਣਾ ਵੀ ਬੰਦ ਕਰ ਦਾਂਗੇ। ਮੇਰੇ ਜੋ ਤੁਹਾਡੇ ਚੈਨਲ ਦੇ ਥਰੂ ਮੇਰੇ ਵੀਰ ਭਰਾ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਭਰਾਵੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ, ਤੁਹਾਡਾ ਸਾਥ ਦੀ ਲੋੜ ਆ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਵੀ ਪੰਜਾਬ ਤੋਂ, ਤੁਸੀਂ ਵੀ ਹਿੰਦੁਸਤਾਨ ਦੇ ਅਲੱਗ-ਅਲੱਗ ਸੂਬਿਆਂ ਤੋਂ ਆ, ਤੁਹਾਡੇ ਕੋਲ ਵੀ ਜ਼ਮੀਨ ਜਾਇਦਾਦ ਆ, ਤੁਸੀਂ ਵੀ ਖੇਤੀ ਕਰਦੇ ਹੋ, ਤੁਹਾਡੇ ਪਿੱਛੇ ਪਰਿਵਾਰ ਵੀ ਬੈਠੇ ਨੇ, ਉਹਨਾਂ ਦੀ ਖਾਤਰ ਸਹੀ, ਜੇ ਸਾਡੇ ਲਈ ਨਹੀਂ ਉਹਨਾਂ ਦੀ ਖਾਤਰ ਤੁਸੀਂ ਵੀ ਜਿੱਥੇ ਜਿਹੜੇ ਕੰਟਰੀਆਂ 'ਚ ਬੈਠੇ ਹੋ ਉਸੇ ਕੰਟਰੀਆਂ ਦੇ ਇੰਡੀਅਨ ਕੌਂਸੂਲੇਟ ਤੇ ਜਾਓ, ਆਪਦੇ ਘਰਾਂ ਦੇ ਬਾਹਰ 23 ਤਰੀਕ ਤੋਂ ਵਰਤ ਕਰਨੇ ਸ਼ੁਰੂ ਕਰ ਦਿਓ। ਕੌਂਸੂਲੇਟ ਨੂੰ ਦਿਖਾ ਦਿਓ ਵੀ ਅਸੀਂ ਵੀ ਵਰਤਾਂ ਤੇ ਬੈਠ ਗਏ ਹਾਂ। ਜੋ ਇੱਥੋਂ ਦੀ ਸਰਕਾਰਾਂ, ਅੰਨੀ ਬੋਲੀ ਸਰਕਾਰ ਮੋਦੀ ਦੀ ਨੂੰ ਝੁਕਣਾ ਪਵੇ, ਮਜਬੂਰ ਹੋ ਜੇ, ਇਹਨੂੰ ਕਾਨੂੰਨ ਵਾਪਸ ਲੈਣੇ ਪੈਣ, ਤਾਂ ਹੀ ਸਾਰੇ ਕਿਸਾਨੀ ਦੀ ਜਿੱਤ ਹੋਊਗੀ। ਨਹੀਂ ਤਾਂ ਉਨੀ ਦੇਰ ਕਿਸਾਨ ਦਬਿਆ ਹੀ ਰਹੂਗਾ। ਜੇ ਤੁਸੀਂ ਸਾਡੇ ਨਾਲ ਖੜੇ ਹੋ ਜਾਓਗੇ ਤਾਂ ਸਾਨੂੰ ਆਸ ਨਹੀਂ ਯਕੀਨ ਆ ਵੀ ਇਹ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਹੀ ਪੈਣਗੇ। ਕਿਉਂਕਿ ਤੁਹਾਡੇ ਜੋ ਸਪੋਰਟ ਸਾਨੂੰ ਮਿਲ ਜੂ, ਇੰਡੀਅਨ ਕੌਂਸਲ ਤੇ ਧਰਨਾ ਲਾਓਗੇ, ਵਰਤ ਰੱਖੋਗੇ ਤੇ ਸਰਕਾਰ ਨੂੰ ਥੱਲੇ ਝੁਕਣਾ ਪੈਣਾ। ਤੁਹਾਡੀ ਸਪੋਰਟ ਨਾਲ ਅਸੀਂ ਇਹ ਜੰਗ ਜਿੱਤਾਂਗੇ ਤੇ ਤੁਹਾਨੂੰ ਅਸੀਂ ਇਹ ਬਾਰ-ਬਾਰ ਹੱਥ ਜੋੜ ਕੇ ਕਹਿ ਰਹੇ ਹਾਂ ਵੀ ਤੁਸੀਂ ਵੀ ਵਰਤ ਰੱਖਣੇ ਸ਼ੁਰੂ ਕਰ ਦਿਓ। ਇੰਨੀਆਂ ਮੈਂ ਗੱਲਾਂ ਤੁਹਾਨੂੰ ਕਹਿ ਰਿਹਾ ਜੀ। ਉਮੀਦ ਕਰਦੇ ਹਾਂ ਕਿ ਇਹ ਜਿਹੜਾ ਮਰਨ ਵਰਤ ਹੈ ਇਹ ਬਿਲਕੁਲ ਸੈੱਟ ਰਹੂਗਾ ਔਰ ਅਸੀਂ ਜਿਹੜਾ ਹੈ ਜਲਦੀ ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਘਰਾਂ ਨੂੰ ਪਰਤਾਂਗੇ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? मेरा नाम अर्जुन आर्य है। ਅਰਜੁਨ ਜੀ, ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ ਤੇ ਆਪਣੇ ਜਿਹੜਾ ਵਰਤ ਹੈ ਕਿੰਨੇ ਦਿਨ ਹੋ ਗਏ ਰੱਖਿਆ ਨੂੰ? मैं गुरुजी के साथ ही हूँ। गुरुजी ने आदेश करा तो हम भी तभी से हैं जब से हैं अनशन पे। ਅੱਛਾ, ਤੁਹਾਨੂੰ ਲੱਗਦਾ ਹੈ ਕਿ ਆਪਾਂ ਗਲਤ ਕਰ ਲਈ ਸੀ ਕਿ ਪ੍ਰੈਸ਼ਰ ਬਣ ਜਾਊਗਾ, ਪਰ ਸਰਕਾਰਾਂ ਜਿਹੜੀਆਂ ਨੇ ਉਹ ਪਗੜੀ ਸੰਭਾਲ ਜੱਟਾ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਭਾਜੀ ਹੁਣੀ ਕਹਿ ਰਹੇ ਨੇ ਕਿ ਜਿਹੜੇ ਬਾਹਰਲੇ ਮੁਲਕ 'ਚ ਰਹਿ ਰਹੇ ਨੇ ਉਹ ਵੀ ਮਰਨ ਵਰਤ ਰੱਖਣ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ, ਮਾਫ ਕਰਨਾ ਮਰਨ ਵਰਤ ਕਹਿ ਰਿਹਾ ਮੈਂ, ਵਰਤ ਰੱਖਣ, ਹੈ ਨਾ? ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰ ਜਿਹੜੀ ਹੈ ਕੁਝ ਵੱਖਰੀ ਸਰਕਾਰ ਹੈ ਜਿਹੜੀ ਇੱਕ ਤਬਕੇ ਨੂੰ ਤਾਂ ਬਹੁਤ ਕੁਝ ਦੇ ਰਹੀ ਹੈ, ਤੁਹਾਨੂੰ ਲੱਗਦਾ ਉੱਤੇ ਪ੍ਰੈਸ਼ਰ ਬਣੂਗਾ? नहीं, बिल्कुल आपकी बात तो ठीक है, क्योंकि ये सरकार तो बेहद निर्दयी है और इस सरकार को देख के ऐसा लगता है जैसे कि कोई दुर्योधन की सरकार हो, कोई रावण जैसा अहंकारी कोई सत्ता पर बैठा हुआ हो। और ठीक उसी तरीके से आज हमारे प्रधानमंत्री उसी स्वभाव के साथ में आज देश की गद्दी पर बैठे हुए हैं और देश के किसानों को, गरीबों को लूट रहे हैं। और जब कोई आवाज़ उठाता है तो उस आवाज़ को कुचलने का दुस्साहस भी उन्होंने किया है। ਅੱਛਾ, ਇਹ ਤਾਂ ਚਲੋ ਹੈਗਾ ਹੈ ਕਿ ਹਰ ਵਾਰ ਸਭ ਨੂੰ ਪਤਾ ਲੱਗ ਗਿਆ ਹੈ ਨਾ, ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ। ਹੁਣ ਜਿਹੜੇ ਸਾਡੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? मेरा सभी देशवासियों से विनम्र निवेदन है, क्योंकि आज हम सब किसान भाइयों ने उन शहीद किसानों को सच्ची श्रद्धांजलि दी है। जो किसान हमारे इस आंदोलन की शुरुआत से अपना सर्वस्व झोंक कर जिन्होंने इस आंदोलन को आगे बढ़ाया था, लगभग 25 से ज़्यादा किसान शहीद हो गए। उन सभी किसानों को मैं समझता हूँ हम सबका क्रांतिकारी सलाम है। साथ ही मैं देश के तमाम किसानों से ये कहना चाहता हूँ, देशवासियों से कहना चाहता हूँ कि उन किसान भाइयों ने शहादत इसलिए दी ताकि हमारा किसान गुलाम ना हो, ताकि हमारी भारत माता एक बार फिर चंद पूंजीपतियों की गुलाम ना हो। मैं समझता हूँ ये लड़ाई
दूसरी आज़ादी की लड़ाई है। उस आज़ादी की लड़ाई में सरदार भगत सिंह, अशफाक उल्लाह खां जैसे तमाम हजारों लाखों युवाओं ने अपना सर्वस्व निछावर कर दिया था। आज भी इस आंदोलन में भी, इस दूसरी आज़ादी की लड़ाई में भी हमारे तमाम किसान भाइयों ने अपने आप को शहीद किया है और हमारा ये संकल्प है कि हम उन शहीदों की कुर्बानी को बेकार नहीं होने देंगे। हम सरदार भगत सिंह जैसे ही उन शहीदों का सम्मान करते हैं जिन्होंने इस किसान आंदोलन में अपना सर्वस्व निछावर कर 3 काले कानूनों के खिलाफ आवाज उठाई। भारत माता गुलाम ना हो, इसलिए उन्होंने अपना सर्वस्व निछावर कर अपना बलिदान दे दिया। इसलिए मैं देशवासियों को कहना चाहता हूं कि रण की घड़ी जरन की बेला, रुधिर पंख में गान करो, अपना सकल धरो कुंड में, कुछ तुम भी बलिदान करो। ये बलिदान का अवसर है, ये भारत माता का जो ऋण हम पर है उसको चुकाने का अवसर है। क्यों? क्योंकि सरकारें बदली हैं लेकिन सरकार का वो रवैया नहीं बदला है जो कभी अंग्रेजों का हुआ करता था, फूट डालो राज करो। ये प्रधानमंत्री भी किसानों के बीच फूट डालो राज करो वाली नीति अपनाकर, रूप बदलकर रावण की तरह, जिस तरीके से रावण ने मां सीता का हरण किया था उसी तरीके से ये प्रधानमंत्री भी तमाम तरह के रूप बदलते हैं। आज वो गुरुद्वारे भी गए हैं, पिछले दिनों वो है ना मस्जिद में भी जा गए थे, उससे पहले गंगा जी गए थे, उससे पहले वो उन्होंने महादेव के दर्शन किए थे वाराणसी में जाकर। लेकिन इनका ना भगवान से कोई मतलब है, ना गुरुद्वारे से कोई नाता है। ये तो ऐसे आदमी हैं जो कि आपने देखा होगा कि इनका संबंध तो है ना बड़े बड़े व्यापारी और लुटेरों से है। ये सिर्फ लूट की राजनीति करते हैं, कमेरे वर्ग को लूट रहे हैं, लुटेरों के चौकीदार हैं। मैं समझता हूं देश ये समझ चुका है और ये प्रधानमंत्री अगर जल्द नहीं संभला तो मैं समझता हूं आने वाले समय में देश की जनता सड़कों पर उतरकर इस प्रधानमंत्री को उखाड़ कर फेंक देगी और लोकतंत्र को स्थापित करेगी सही मायने में। ਵਾਕਈ ਲੋਕਤੰਤਰ ਜਿਹੜਾ ਹੈ ਉਹ ਲੋਕਾਂ ਦਾ ਹੁੰਦਾ ਹੈ, ਲੋਕਾਂ ਦੀ ਜਿੱਤ ਹੁੰਦੀ ਹੈ। ਉਮੀਦ ਕਰਦੇ ਹਾਂ ਜਿਹੜੇ ਸਾਡੇ ਇਹ ਵੀਰ ਬੈਠੇ ਨੇ ਜਾਂ ਸਾਡੇ ਬਜ਼ੁਰਗ ਬੈਠੇ ਨੇ ਉਹ ਆਪਣੀ ਜਿੱਤ ਦਾ ਪਰਚਮ ਜਿਹੜਾ ਹੈ ਜਲਦ ਲਹਿਰਾਉਣਗੇ। ਇੱਦਾਂ ਮੈਂ ਪਲ ਪਲ ਦੀ ਖਬਰ ਲੈ ਕੇ ਆਉਂਦਾ ਰਹਾਂਗਾ। ਕੈਮਰਾਮੈਨ ਜੌਨ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ। ਦੇਖਦੇ ਰਹੋ ਪੰਜਾਬ ਮੇਲ USA TV।